ਨੈਕਸਟ ਚੈਪਟਰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਈ ਬਿਜ਼ਨਸ ਦਾ +2 ਕਲਾਸ PSCB ਬੋਰਡ। ਚੈਪਟਰ ਦਾ ਨਾਮ ਹੈ ਈ ਪੇਮੈਂਟ, 11ਵਾਂ ਚੈਪਟਰ ਹੈ। ਸਭ ਤੋਂ ਪਹਿਲਾਂ ਤਾਂ ਇਹਦੇ ਮੀਨਿੰਗ ਨੂੰ ਕਲੀਅਰ ਕਰੀਏ। ਪੇਮੈਂਟ, ਈ ਪੇਮੈਂਟ ਕੀ ਹੈ ਅਤੇ ਪੇਮੈਂਟ ਕੀ ਹੈ। ਪੇਮੈਂਟ ਦਾ ਮਤਲਬ ਹੈ ਜਦੋਂ ਕਿਸੇ ਨੂੰ ਅਸੀਂ ਕੋਈ ਕੈਸ਼ ਪੇ ਕਰਦੇ ਹਾਂ, ਯਾਨੀ ਅਸੀਂ ਕੋਈ ਸਰਵਿਸਿਜ਼ ਜਿਹੜੀਆਂ ਜਾਂ ਫਿਰ ਕੋਈ ਗੁੱਡਸ ਜਿਹੜੀਆਂ ਕਿਸੇ ਕੋਲੋਂ ਖਰੀਦੀਆਂ ਜਾਂ ਲਈਆਂ, ਉਹਦੇ ਬਦਲੇ ਜੋ ਅਸੀਂ ਉਹਨੂੰ ਕੈਸ਼ ਪੇ ਕਰਦੇ ਹਾਂ ਉਹਨੂੰ ਪੇਮੈਂਟ ਕਿਹਾ ਜਾਂਦਾ ਹੈ। ਜੇ ਤਾਂ ਅਸੀਂ ਉਹਨੂੰ ਕੈਸ਼ ਦੇ ਵਿੱਚ ਪੇ ਕਰ ਰਹੇ ਹਾਂ, ਯਾਨੀ ਜੇ ਉਹਨੂੰ ਕੈਸ਼ ਦੇ ਰਹੇ ਹਾਂ, ਇਹਦਾ ਮਤਲਬ ਹੈ ਕਿ ਉਹ ਅਸੀਂ ਟਰੈਡੀਸ਼ਨਲ ਮੈਥਡਸ ਯੂਜ਼ ਕਰ ਰਹੇ ਹਾਂ, ਟਰੈਡੀਸ਼ਨਲ ਮੈਥਡ ਯੂਜ਼ ਕਰ ਰਹੇ ਹਾਂ ਕਿਸੇ ਨੂੰ ਪੇ ਕਰਨ ਦਾ। ਜੇਕਰ ਅਸੀਂ ਈ ਪੇਮੈਂਟ ਦੀ ਗੱਲ ਕਰੀਏ, ਈ ਪੇਮੈਂਟ ਦਾ ਮਤਲਬ ਹੈ ਪੇਮੈਂਟ ਥਰੂ ਇੰਟਰਨੈਟ, ਯਾਨੀ ਜਦੋਂ ਅਸੀਂ ਇੰਟਰਨੈਟ ਦਾ ਯੂਜ਼ ਕਰਕੇ ਜਾਂ ਫਿਰ ਕਈ ਇਹੋ ਜਿਹੀ ਟੈਕਨੋਲੋਜੀਜ਼ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਜਦੋਂ ਔਨਲਾਈਨ ਪੇਮੈਂਟ ਕਰਦੇ ਹਾਂ ਕਿਸੇ ਵੀ ਤਰੀਕੇ ਦੀ, ਉਹਨੂੰ ਈ ਪੇਮੈਂਟ ਕਿਹਾ ਜਾਂਦਾ ਹੈ। ਹੁਣ ਇੱਥੇ ਜਿਵੇਂ ਉਹਨਾਂ ਨੇ ਥੋੜ੍ਹਾ ਜਿਹਾ ਇੰਟਰੋਡਕਸ਼ਨ ਦਿੱਤੀ ਹੈ, ਇੰਟਰੋਡਕਸ਼ਨ ਦੇ ਵਿੱਚ ਦੱਸਿਆ ਗਿਆ ਕਿ ਜੇਕਰ ਅਸੀਂ ਈ ਕਾਮਰਸ ਯਾਨੀ ਔਨਲਾਈਨ ਬਿਜ਼ਨਸ ਕਰਦੇ ਹਾਂ, ਔਨਲਾਈਨ ਬਿਜ਼ਨਸ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਹੈ ਬੜਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇਲੈਕਟ੍ਰੋਨਿਕ ਪੇਮੈਂਟ, ਜਿਹਨੂੰ ਆਪਾਂ ਈ ਪੇਮੈਂਟ ਵੀ ਕਹਿ ਦਿੰਦੇ ਸ਼ਾਰਟ ਫਾਰਮ ਦੇ ਵਿੱਚ। ਇਲੈਕਟ੍ਰੋਨਿਕ ਪੇਮੈਂਟ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿਉਂਕਿ ਬਾਇਰ ਜਿਹੜਾ ਹੈ, ਬਾਇਰ ਅਤੇ ਸੈਲਰ ਜਿਹੜਾ ਹੈ, ਦੋਨੇ ਇੱਕ ਦੂਸਰੇ ਦੇ ਨਾਲ ਟ੍ਰਾਂਜੈਕਸ਼ਨ ਕੰਪਲੀਟ ਕਰਦੇ ਆ। ਯਾਨੀ ਬਾਇਰ ਨੇ ਜਦੋਂ ਕੋਈ ਚੀਜ਼ ਜਿਹੜੀ ਆ ਸੈਲਰ ਕੋਲੋਂ ਖਰੀਦੀ, ਅਤੇ ਸੈਲਰ ਨੂੰ ਪੇਮੈਂਟ ਕਰਨ ਦੇ ਲਈ ਜਦੋਂ ਉਹ ਔਨਲਾਈਨ ਪੇਮੈਂਟ ਦਾ ਸਹਾਰਾ ਲੈਂਦਾ ਜਾਂ ਔਨਲਾਈਨ ਪੇਮੈਂਟ ਕਰਦਾ ਤਾਂ ਉਹਨੂੰ ਇਲੈਕਟ੍ਰੋਨਿਕ ਪੇਮੈਂਟ ਕਿਹਾ ਜਾਂਦਾ ਹੈ। ਬੇਸਿਕਲੀ ਇਲੈਕਟ੍ਰੋਨਿਕ ਪੇਮੈਂਟ ਨੂੰ ਮੋਟੀਵੇਟ ਕਰਨ ਦਾ ਜਿਹੜਾ ਮੋਟਿਵ ਸੀ ਉਹ ਇਹ ਸੀ ਕਿ ਪੇਮੈਂਟ ਜਿਹੜੀ ਆ ਸਿਕਿਉਰ ਹੋਵੇ, ਪੇਮੈਂਟ ਜਿਹੜੀ ਆ ਬਿਲਕੁਲ ਟਾਈਮਲੀ ਕੀਤੀ ਜਾਵੇ, ਪੇਮੈਂਟ ਵਾਸਤੇ ਜਿਹੜਾ ਕੰਜ਼ਿਊਮਰ ਹੈ ਉਹ ਬਿਲਕੁਲ ਕਨਵੀਨੀਅੰਟ ਉਹਨੂੰ ਲੱਗੇ ਅਤੇ ਉਹਨੂੰ ਉਹ ਚੀਜ਼ ਸਸਤੀ ਲੱਗਣੀ ਚਾਹੀਦੀ ਹੈ ਜਾਂ ਉਹਨੂੰ ਉਹ ਚੀਜ਼ ਕੋਸਟਲੀ ਨਹੀਂ ਲੱਗਣੀ ਚਾਹੀਦੀ। ਕੁਝ ਇਹੋ ਜਿਹੇ ਕਾਰਨ ਨੇ ਜਿਨ੍ਹਾਂ ਦਾ ਕਰਕੇ ਉਹ ਪੇਮੈਂਟ ਜਿਹੜੀ ਆ ਬੜੇ ਆਸਾਨੀ ਦੇ ਨਾਲ ਜਿਹੜਾ ਕਿਸੇ ਵੀ ਸੈਲਰ ਨੂੰ ਜਿਹੜਾ ਉਹ ਪੇ ਕਰ ਸਕਦਾ। ਈ ਪੇਮੈਂਟ ਦੇ ਵਿੱਚ ਕਾਫੀ ਸਾਰੇ ਫਾਈਨੈਂਸ਼ੀਅਲ ਇੰਸਟਰੂਮੈਂਟਸ ਆ ਜਾਂਦੇ ਆ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਊਂਗਾ, ਡੈਬਿਟ ਕਾਰਡ, ਜਿਹੜਾ ਕਿ ਅਸੀਂ ATM ਕਾਰਡ ਯੂਜ਼ ਕਰਦੇ ਹਾਂ ਉਹਨਾਂ ਨੂੰ ਡੈਬਿਟ ਕਾਰਡ ਵੀ ਕਿਹਾ ਜਾਂਦਾ। ਫਿਰ ਹੋ ਜਾਂਦੇ ਆ ਕ੍ਰੈਡਿਟ ਕਾਰਡ, ਜਿਵੇਂ ਕਈ ਬੈਂਕ ਜਿਹੜੇ ਆ ਤੁਹਾਡੀਆਂ ਕੈਸ਼ ਨੂੰ ਵੇਖਦੇ ਹੋਏ ਜਾਂ ਤੁਹਾਡੀਆਂ ਸੇਵਿੰਗਸ ਨੂੰ ਜਾਂ ਤੁਹਾਡੇ ਡਿਪੋਜ਼ਿਟ ਨੂੰ ਵੇਖਦੇ ਹੋਏ ਤੁਹਾਨੂੰ ਕ੍ਰੈਡਿਟ ਕਾਰਡ ਜਿਹੜਾ ਇਸ਼ੂ ਕਰਦੇ ਆ। ਕ੍ਰੈਡਿਟ ਕਾਰਡ ਵੀ ਤੁਸੀਂ ਉਹ ਤੋਂ ਵੀ ਪੇਮੈਂਟ ਕਰ ਸਕਦੇ ਹੋ ਈ ਪੇਮੈਂਟ, ਜਾਂ ਫਿਰ ਇੰਟਰਨੈਟ ਬੈਂਕਿੰਗ ਤੋਂ ਤੁਸੀਂ ਪੇ ਕਰ ਸਕਦੇ ਹੋ, ਜਾਂ ਫਿਰ ਮੋਬਾਈਲ ਬੈਂਕਿੰਗ ਤੋਂ ਤੁਸੀਂ ਪੇ ਕਰ ਸਕਦੇ ਹੋ, ਜਾਂ ਫਿਰ ਈ ਚੈਕਸ ਦੇ ਥਰੂ ਪੇ ਕਰ ਸਕਦੇ ਹੋ, ਜਾਂ ਡਿਜੀਟਲ ਕੈਸ਼ ਦੇ ਵਿੱਚ ਪੇ ਕਰ ਸਕਦੇ ਹੋ। ਯਾਨੀ ਕਾਫੀ ਸਾਰੇ ਜਿਹੜੇ ਇੰਸਟਰੂਮੈਂਟਸ ਨੇ ਜਿਹੜੇ ਅਸੀਂ ਇਸ ਚੈਪਟਰ ਦੇ ਵਿੱਚ ਡਿਸਕਸ ਕਰਨੇ ਆ, ਜਿਹਦੇ ਥਰੂ ਅਸੀਂ ਇਲੈਕਟ੍ਰੋਨਿਕ ਟਰਾਂਸਫਰ ਜਿਹੜਾ ਉਹ ਕਰ ਸਕਦੇ ਹਾਂ। ਹੁਣ ਜੇਕਰ ਇਹਦੇ ਮੀਨਿੰਗ ਦੀ ਗੱਲ ਕਰੀਏ, ਇਲੈਕਟ੍ਰੋਨਿਕ ਪੇਮੈਂਟ ਜਿਹੜਾ ਹੈ ਨੌਨ ਕੈਸ਼ ਪੇਮੈਂਟ ਹੈ, ਯਾਨੀ ਜਿਹਦੇ ਵਿੱਚ ਅਸੀਂ ਕੈਸ਼ ਇਨਕਲੂਡ ਨਹੀਂ ਕਰਦੇ, ਕੈਸ਼ ਪੇ ਨਹੀਂ ਕਰਦੇ, ਜਾਂ ਫਿਰ ਪੇਪਰ ਚੈੱਕ ਜਿਹੜਾ ਇਨਕਲੂਡ ਨਹੀਂ ਕਰਦੇ। ਯਾਨੀ ਜਿਵੇਂ ਅਸੀਂ ਕਿਸੇ ਨੂੰ ਚੈੱਕ ਦੇ ਕੇ ਪੇਮੈਂਟ ਕਰਦੇ ਹਾਂ ਜਾਂ ਕੈਸ਼ ਦੇ ਕੇ ਪੇਮੈਂਟ ਕਰਦੇ ਹਾਂ, ਇਲੈਕਟ੍ਰੋਨਿਕ ਪੇਮੈਂਟ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੁੰਦਾ। ਇਲੈਕਟ੍ਰੋਨਿਕ ਪੇਮੈਂਟ ਕੀ ਆ? ਇਲੈਕਟ੍ਰੋਨਿਕ ਪੇਮੈਂਟ ਮੇ ਬੀ ਡਿਫਾਈਨ ਐਜ਼ ਔਨਲਾਈਨ ਬਿਜ਼ਨਸ ਪ੍ਰੋਸੈਸ ਦੈਟ ਇਜ਼ ਯੂਜ਼ ਟੂ ਟ੍ਰਾਂਸਫਰ ਫੰਡਸ, ਯਾਨੀ ਜਦੋਂ ਅਸੀਂ ਫੰਡਸ ਨੂੰ ਟ੍ਰਾਂਸਫਰ ਕਰਦੇ ਹਾਂ ਇਲੈਕਟ੍ਰੋਨਿਕ ਮੀਡੀਆ ਦੇ ਥਰੂ, ਜਿਵੇਂ ਪਰਸਨਲ ਕੰਪਿਊਟਰਸ, ਸਰਵਰਸ, ਮੋਬਾਈਲ ਫੋਨਸ ਜਾਂ ਹੋਰ ਡਿਵਾਈਸਿਸ ਜਿਹੜੇ ਆ ਜਾਂਦੇ ਆ। ਜਿਵੇਂ ਇਹਨਾਂ ਨੇ PDS ਦੀ ਗੱਲ ਕੀਤੀ ਹੈ, ਜਿਹੜੇ ਆਪਣੇ ਇਹੋ ਜਿਹੇ ਡਿਵਾਈਸਿਸ ਨੇ ਜਿਹੜੇ ਕਿ ਅਸੀਂ ਆਪਣੇ ਨਾਲ, ਜਿਵੇਂ ਕੰਪਿਊਟਰ ਆ, ਜਿਵੇਂ ਜਿਹਨੂੰ ਆਪਾਂ ਪੈਡ ਕਹਿ ਦਿੰਦੇ ਹਾਂ ਜਾਂ ਜਿਹਨੂੰ ਨੋਟ ਪੈਡ ਕਹਿ ਦਿੰਦੇ ਹਾਂ, ਇਹਨਾਂ ਤੋਂ ਅਸੀਂ ਪੇਮੈਂਟ ਜਿਹੜੀ ਆ ਕਰ ਸਕਦੇ ਹਾਂ। ਇਲੈਕਟ੍ਰੋਨਿਕ ਪੇਮੈਂਟ ਸਿਸਟਮ ਜਿਹੜਾ ਹੈ ਉਹਦੇ ਕਈ ਐਲੀਮੈਂਟਸ ਨੇ, ਜਿਵੇਂ ਕੰਜ਼ਿਊਮਰ ਹੈ, ਮਰਚੈਂਟ ਹੈ, ਬੈਂਕਿੰਗ ਸਿਸਟਮ ਹੈ, ਕਿਉਂਕਿ ਕੰਜ਼ਿਊਮਰ ਨੇ ਮਰਚੈਂਟ ਕੋਲੋਂ ਚੀਜ਼ ਖਰੀਦਣੀ ਹੈ। ਬੈਂਕਿੰਗ ਸਿਸਟਮ ਜਿਹੜਾ ਵਿੱਚ ਇਨਕਲੂਡ ਕਰਨਾ ਜ਼ਰੂਰੀ ਹੈ, ਕਿਉਂਕਿ ਬੈਂਕਿੰਗ ਸਿਸਟਮ ਤੋਂ ਬਗੈਰ ਜਿਹੜੀ ਆ ਪੇਮੈਂਟ ਜਿਹੜੀ ਆ ਉਹ ਸਕਸੈਸਫੁਲ ਨਹੀਂ ਹੋ ਸਕਦੀ। ਕੁਛ ਹੋਰ ਐਗਜ਼ਾਮਪਲਸ ਲੈਣੇ ਆ ਇਹਦੀਆਂ, ਜਿਵੇਂ ਇੱਥੇ ਲਿਖਿਆ ਫਰੋਮ ਦਾ ਬਾਇਰਸ ਕੰਜ਼ਿਊਮਰ ਪੁਆਇੰਟ ਆਫ ਵਿਊ, EPS यानी इलेक्ट्रॉनिक पेमेंट सिस्टम। EPS is a convenient manner of making purchase or paying for a service without involving cash or completing a check process। यानी कैश ਨੂੰ ਬਿਨਾ ਇਨਵੋਲਵ ਕੀਤੇ ਹੋਏ ਜਾਂ ਚੈੱਕ ਨੂੰ ਬਿਨਾ ਇਨਵੋਲਵ ਕੀਤੇ ਹੋਏ ਜਦੋਂ ਅਸੀਂ ਆਪਣੀ ਕਨਵੀਨੀਅੰਸ ਦੇ ਅਕੋਰਡਿੰਗ ਜਿਹੜਾ ਪਰਚੇਜ਼ ਵਾਸਤੇ ਜਾਂ ਕਿਸੇ ਨੂੰ ਪੇ ਕਰਨ ਦੇ ਲਈ, ਸਰਵਿਸਿਜ਼ ਦੇ ਲਈ ਜਦੋਂ ਔਨਲਾਈਨ ਪੇਮੈਂਟ ਦਾ ਸਹਾਰਾ ਲੈਂਦੇ ਹਾਂ, ਉਹਨੂੰ ਅਸੀਂ ਈ ਪੇਮੈਂਟ ਸਿਸਟਮ ਕਹਿ ਦਿੰਦੇ ਹਾਂ ਜਾਂ ਇਲੈਕਟ੍ਰੋਨਿਕ ਪੇਮੈਂਟ ਸਿਸਟਮ ਜਿਹੜਾ ਕਹਿ ਸਕਦੇ ਹਾਂ। EPS is the receipt of funds
EPS ਕੀ ਹੈ, ਇਲੈਕਟ੍ਰੋਨਿਕ ਪੇਮੈਂਟ ਸਿਸਟਮ ਕੀ ਹੈ, ਫੰਡਸ ਦੀ ਰਿਸਿਪਟ ਹੈ ਜਿਹਦੇ ਵਿੱਚ ਅਸੀਂ ਐਲੀਮੀਨੇਟ ਕਰਦੇ ਹਾਂ ਲਾਰਜ ਕੈਸ਼ ਹੋਲਡਿੰਗ ਨੂੰ, ਯਾਨੀ ਸਾਡੇ ਕੋਲ ਕੈਸ਼ ਰੱਖਣ ਦੀ, ਯਾਨੀ ਆਪਣੇ ਕੋਲ ਕੈਸ਼ ਰੱਖਣ ਦੀ ਲੋੜ ਨਹੀਂ ਆ, ਤੁਸੀਂ ਬਗੈਰ ਕੈਸ਼ ਰੱਖੇ ਵੀ ਜਿਹੜਾ ਕਿਸੇ ਨੂੰ ਬੜੇ ਆਸਾਨੀ ਦੇ ਨਾਲ ਜਿਹੜਾ ਕਨਵੀਨੀਅੰਸ ਦੇ ਅਕੋਰਡਿੰਗ ਪੇ ਕਰ ਸਕਦੇ ਹੋ। ਬਿਲਕੁਲ ਵੀ ਟਾਈਮ ਕੰਜ਼ਿਊਮਿੰਗ ਨਹੀਂ ਆ, ਕਿਉਂਕਿ ਜੇਕਰ ਤੁਸੀਂ ਟ੍ਰੈਡੀਸ਼ਨਲ ਮੈਥਡਸ ਯੂਜ਼ ਕਰੋ, ਟ੍ਰੈਡੀਸ਼ਨਲ ਮੈਥਡ ਦੇ ਵਿੱਚ ਕੀ ਹੈ, ਕਾਫੀ ਸਾਰੀਆਂ ਕਲਰੀਕਲ ਐਕਟੀਵਿਟੀਜ਼ ਹੁੰਦੀਆਂ ਜਿਹਦੇ ਥਰੂ ਜਾ ਕੇ ਤੁਸੀਂ ਕਈ ਵਾਰੀ ਪੇਮੈਂਟ ਕਰਦੇ ਹੋ ਜਾਂ ਪੇਮੈਂਟ ਕਿਸੇ ਨੂੰ ਪੇ ਕਰਨੀ ਆ। ਤੇ ਜੇਕਰ ਅਸੀਂ ਆਨਲਾਈਨ ਪੇਮੈਂਟ ਦੀ ਗੱਲ ਕਰਦੇ ਹਾਂ, ਇਲੈਕਟ੍ਰੋਨਿਕ ਪੇਮੈਂਟ ਸਿਸਟਮ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਕੋਈ ਵੀ ਟਾਈਮ ਕੰਜ਼ਿਊਮਿੰਗ ਵਾਲੀ ਗੱਲ ਨਹੀਂ ਹੈ। ਉਹ ਬਹੁਤ ਆਸਾਨੀ ਦੇ ਨਾਲ ਬੜੇ ਥੋੜ੍ਹੇ ਟਾਈਮ ਦੇ ਵਿੱਚ, ਫਿਊ ਸੈਕਿੰਡਸ ਦੇ ਵਿੱਚ ਜਿਹੜੀ ਉਹ ਟ੍ਰਾਂਜੈਕਸ਼ਨ ਜਿਹੜੀ ਕੰਪਲੀਟ ਹੋ ਜਾਂਦੀ ਹੈ। ਜੇਕਰ ਅਸੀਂ ਬੈਂਕ ਪੁਆਇੰਟ ਆਫ ਵਿਊ ਤੋਂ ਵੇਖੀਏ, EPS ਇਜ਼ ਅ ਸੀਰੀਜ਼ ਆਫ ਪ੍ਰੋਸੈਸਿਸ, ਇੱਕ ਸੀਰੀਜ਼ ਆ ਪ੍ਰੋਸੈਸ ਦੀ ਥਰੂ ਵਿਚ ਵੈਲਿਊ ਐਕਸਚੇਂਜ ਇਜ਼ ਕੈਪਟਡ, ਜਿਹਦੇ ਥਰੂ ਵੈਲਿਊ ਜਿਹੜੀ ਐਕਸਚੇਂਜ ਕੀਤੀ ਜਾਂਦੀ ਹੈ। ਇੱਥੇ ਵੈਲਿਊ ਮਨੀ ਵੈਲਿਊ ਦੀ ਗੱਲ ਹੁੰਦੀ ਹੈ, ਕੈਪਚਰ ਕੀਤੀ ਜਾਂਦੀ ਹੈ, ਫਿਰ ਵੈਰੀਫਾਈ ਵੀ ਹੁੰਦੀ ਹੈ, ਫਿਰ ਅਗਲੇ ਤੱਕ ਪਹੁੰਚਦੀ ਵੀ ਹੈ, ਐਕਸੈਪਟ ਕੀਤੀ ਜਾਂਦੀ ਹੈ। ਐਂਡ ਆਲਸੋ ਚੈੱਕਸ ਬੈਲੈਂਸਿਸ ਐਕਸੈਕਟਰਾ ਰਿਕਨਸਾਈਲ ਟੂ ਇਨਸ਼ੋਰ ਇੰਟੀਗ੍ਰਿਟੀ, ਤੇ ਇਹਨਾਂ ਸਾਰਿਆਂ ਨੂੰ ਇੰਟੀਗ੍ਰੇਟ ਕੀਤਾ ਜਾਂਦਾ, ਮਿਕਸ ਕੀਤਾ ਜਾਂਦਾ ਹੈ ਇਲੈਕਟ੍ਰੋਨਿਕ ਪੇਮੈਂਟ ਸਿਸਟਮ ਦੇ ਲਈ। ਇਹਦਾ ਰਿਕਾਰਡ ਰੱਖਣਾ ਬੜਾ ਈਜ਼ੀ ਹੈ, ਇਹਨੂੰ ਸਟੋਰ ਕਰਨਾ ਬੜਾ ਈਜ਼ੀ ਹੈ। ਇਹਦੇ ਨਾਲ ਕਾਸਟ ਵੀ ਜਿਹੜੀ ਉਹ ਕਾਫੀ ਜ਼ਿਆਦਾ ਹੱਦ ਤੱਕ ਘਟ ਜਾਂਦੀ ਹੈ, ਕਿਉਂਕਿ ਬਹੁਤ ਕਾਸਟ ਜਿਹੜੀ ਹੈ, ਮਿਨੀਮਮ ਜਿਹੜੀ ਕਾਸਟ ਦੇ ਵਿੱਚ ਜਿਹੜੀ ਅਸੀਂ ਪੇਮੈਂਟ ਜਿਹੜੀ ਹੈ ਉਹ ਕਰ ਸਕਦੇ ਹਾਂ। ਹੁਣ ਜਿਵੇਂ ਇੱਥੇ ਨੈਕਸਟ ਲਿਖਿਆ ਉਹਨਾਂ ਨੇ ਕਿ ਟ੍ਰਾਂਸਫਰ ਆਫ ਫੰਡਸ ਇਨੀਸ਼ੀਏਟਡ ਥਰੂ ਐਨ ਇਲੈਕਟ੍ਰੋਨਿਕ ਟਰਮੀਨਲ। ਆ ਬਹੁਤ ਸਿੰਪਲ ਡੈਫੀਨੇਸ਼ਨ ਹੈ ਕਿ ਇਲੈਕਟ੍ਰੋਨਿਕ ਪੇਮੈਂਟ ਸਿਸਟਮ ਫੰਡਸ ਟ੍ਰਾਂਸਫਰ ਕਰਨ ਦਾ ਤਰੀਕਾ ਹੈ ਕਿਹਦੇ ਥਰੂ, ਇਲੈਕਟ੍ਰੋਨਿਕ ਟਰਮੀਨਲ ਦੇ ਥਰੂ, ਜਿਵੇਂ ਟੈਲੀਫੋਨ, ਕੰਪਿਊਟਰ ਜਾਂ ਹੋਰ ਕਈ ਫਾਈਨੈਂਸ਼ੀਅਲ ਇੰਸਟਰੂਮੈਂਟਸ, ਜਿਵੇਂ ਇਹਨਾਂ ਨੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਦਾ ਇਹਨਾਂ ਨੇ ਐਗਜ਼ਾਮਪਲ ਦਿੱਤਾ। ਜਿਵੇਂ ਆ ਤੁਸੀਂ ਦੇਖ ਸਕਦੇ ਹੋ ਡਾਇਗਰਾਮ, ਇਲੈਕਟ੍ਰੋਨਿਕ ਪੇਮੈਂਟ ਸਿਸਟਮ ਨੂੰ ਉਹਨਾਂ ਨੇ ਕੀ ਦਿਖਾਇਆ, ਡੈਬਿਟ ਪੇਮੈਂਟ ਸਿਸਟਮ, ਕ੍ਰੈਡਿਟ ਪੇਮੈਂਟ ਸਿਸਟਮ। ਡੈਬਿਟ ਪੇਮੈਂਟ ਸਿਸਟਮ ਦਾ ਮਤਲਬ ਇਹ ਆ ਕਿ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਪਹਿਲਾਂ ਹੀ ਪੈਸੇ ਪਾਏ ਹੋਏ ਆ, ਇੱਕ ਪ੍ਰੀਪੇਡ ਸਿਸਟਮ ਹੈ, ਯਾਨੀ ਤੁਸੀਂ ਪਹਿਲਾਂ ਹੀ ਪੈਸੇ ਪਾਏ ਹੋਏ ਆ, ਜਦੋਂ ਤੁਸੀਂ ਪੈਸੇ ਜਿਹੜੇ ਆ ਆਪਣੇ ਅਕਾਊਂਟ ਦੇ ਵਿੱਚ ਡਿਪੋਜ਼ਿਟ ਕੀਤੇ ਆ, ਤੁਸੀਂ ਉਹਨਾਂ ਨੂੰ ਯੂਜ਼ ਕਰਕੇ ਜਿਹੜਾ ਹੈ ਡੈਬਿਟ ਪੇਮੈਂਟ ਸਿਸਟਮ ਜਿਹੜੀ ਆ ਉਹ ਕਰ ਸਕਦੇ ਹੋ। ਕ੍ਰੈਡਿਟ ਪੇਮੈਂਟ ਸਿਸਟਮ ਦਾ ਮਤਲਬ ਇਹ ਆ ਕਿ ਤੁਹਾਡੇ ਅਕਾਊਂਟ ਦੇ ਵਿੱਚ ਜਾਂ ਤੁਹਾਡੇ ਕੋਲ ਡਿਪੋਜ਼ਿਟ ਨਹੀਂ ਆ, ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਨਹੀਂ ਹੈ, ਲੇਕਿਨ ਫਿਰ ਵੀ ਤੁਸੀਂ ਕਾਫੀ ਹੱਦ ਤੱਕ ਆਪਣੀ ਜਿਹੜੀ ਆ ਇੱਕ ਲਿਮਿਟ ਤੱਕ ਜਿਹੜੀ ਆ ਆਪਣੀ ਪੇਮੈਂਟ ਜਿਹੜੀ ਆ ਉਹ ਕਰ ਸਕਦੇ ਹੋ। ਪੇਮੈਂਟ ਹੋਣ ਤੋਂ ਬਾਅਦ ਜਦੋਂ ਕਨਵੀਨੀਅੰਟਲੀ ਜਦੋਂ ਉਹਦਾ ਸਟੇਟਮੈਂਟ ਬਣੇਗੀ, ਫਿਰ ਤੁਸੀਂ ਉਹਦੀ ਪੇਮੈਂਟ ਜਿਹੜੀ ਆ ਉਹ ਆਪਣੇ ਬੈਂਕ ਨੂੰ ਜਿਹੜੀ ਬਾਅਦ ਵਿੱਚ ਕਰਦੇ ਹੋ, ਯਾਨੀ ਬੈਂਕ ਤੁਹਾਡੇ ਬਿਹਾਫ 'ਤੇ ਜਿਹੜੀ ਉਹਦੀ ਪੇਮੈਂਟ ਜਿਹੜੀ ਆ ਪਹਿਲਾਂ ਕਰ ਦਿੰਦਾ, ਤੁਹਾਨੂੰ ਉਹਦੇ ਵਿੱਚ ਪੈਸਾ ਰੱਖਣ ਦੀ ਲੋੜ ਨਹੀਂ ਹੈਗੀ। ਇਹ ਦੋ ਮੈਥਡ ਦੱਸਿਆ। ਨੈਕਸਟ ਹੈ ਕਿ ਜੇਕਰ ਅਸੀਂ ਟ੍ਰਾਂਜੈਕਸ਼ਨ ਜਿਹੜੀ ਆ ਇੰਟਰਨੈਟ ਦੇ ਥਰੂ ਕਰਦੇ ਹਾਂ, ਟ੍ਰੈਡੀਸ਼ਨਲ ਮੈਥਡ ਦੇ ਵਿੱਚ ਉਹ ਕਿਹੜੀਆਂ ਲਿਮਿਟੇਸ਼ਨ ਸੀ ਜਿਹਦਾ ਕਰਕੇ ਅਸੀਂ ਇਲੈਕਟ੍ਰੋਨਿਕ ਪੇਮੈਂਟ ਸਿਸਟਮ ਵੱਲ ਆਏ ਆ। ਸੋ ਇਹਦੇ ਵਿੱਚ ਕੁਝ ਡਿਸਕਸ ਕਰਦੇ ਹਾਂ ਆਪਾਂ। ਸਭ ਤੋਂ ਪਹਿਲੀ ਕਨਵੀਨੀਅੰਸ ਦੀ ਗੱਲ ਕਿ ਜਿਹੜੀ ਟ੍ਰੈਡੀਸ਼ਨਲ ਮੈਥਡ ਆ ਪੇਮੈਂਟ ਕਰਨ ਦਾ, ਪੁਰਾਣਾ ਤਰੀਕਾ ਹੈ ਪੇਮੈਂਟ ਕਰਨ ਦਾ ਕੈਸ਼ ਦੇ ਵਿੱਚ ਜਾਂ ਚੈੱਕ ਦੇ ਵਿੱਚ, ਉਹ ਕਨਵੀਨੀਅੰਟ ਨਹੀਂ ਹੁੰਦਾ ਕਈ ਥਾਵਾਂ 'ਤੇ, ਵੀ ਉਹਦੇ ਵਿੱਚ ਕਨਵੀਨੀਅੰਸ ਨਹੀਂ ਹੈ। ਦੂਸਰਾ ਇਹ ਹੈ ਕਵਰੇਜ ਬਹੁਤ ਘੱਟ ਹੈ, ਜਿੱਥੇ ਜਿੱਥੇ ਤੁਹਾਡੇ ਕੋਲ ਬੈਂਕ ਅਵੇਲੇਬਲ ਹੈ, ਜਿੱਥੇ ਜਿੱਥੇ ਤੁਹਾਡੇ ਕੋਲ ਕੈਸ਼ ਅਵੇਲੇਬਲ ਹੈ, ਤੁਸੀਂ ਉੱਥੋਂ ਤੱਕ ਪੇਮੈਂਟ ਕਰ ਸਕਦੇ ਹੋ। ਤੀਸਰੀ ਲਿਮਿਟੇਸ਼ਨ ਟ੍ਰੈਡੀਸ਼ਨਲ ਮੈਥਡ ਦੀ ਇਹ ਹੋ ਸਕਦੀ ਹੈ ਕਿ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਸਿਕਿਉਰਿਟੀ ਰਿਸਕ ਨੇ। ਸਿਕਿਉਰਿਟੀ ਰਿਸਕ ਦਾ ਮਤਲਬ ਹੈ ਕਿ ਜਿਵੇਂ ਆਪਾਂ ਟ੍ਰੈਡੀਸ਼ਨਲ ਮੈਥਡ ਦੇ ਨਾਲ ਆਪਣੇ ਕੋਲ ਕੈਸ਼ ਕੈਰੀ ਕਰਦੇ ਹਾਂ ਤਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਫਰੋਡ ਹੋ ਸਕਦਾ ਹੈ, ਚੋਰੀ ਹੋ ਸਕਦੀ ਆ, ਇਹੋ ਜਿਹੇ ਜਿਹੜੇ ਰਿਸਕ ਨੇ ਜਿਹੜੇ। ਚੌਥਾ ਇਹਦੇ ਵਿੱਚ ਇਹ ਲਿਮਿਟੇਸ਼ਨ ਆ ਜਾਂਦੀ ਹੈ ਕਿ ਐਲੀਜੀਬਿਲਿਟੀ ਕ੍ਰਾਈਟੀਰੀਆ ਜਿਹੜਾ ਹੈ ਉਹ ਬਹੁਤ ਸਟ੍ਰਿਕਟ ਆ ਪੇਮੈਂਟ ਕਰਨ ਦਾ। ਪੰਜਵੀਂ ਲਿਮਿਟੇਸ਼ਨ ਇਹਦੇ ਵਿੱਚ ਇਹ ਆ ਸਕਦੀ ਹੈ ਕਿ ਛੋਟੀਆਂ ਟ੍ਰਾਂਜੈਕਸ਼ਨਸ ਨੂੰ ਜਿਹੜਾ ਬਹੁਤ ਲਿਮਿਟਿਡ ਸਪੋਰਟ ਹੈ। ਇਹ ਕੁਝ ਖਾਮੀਆਂ ਨੇ ਜਿਹਦਾ ਕਰਕੇ ਜਿਹੜਾ ਹੈ ਫਿਰ ਦੁਬਾਰਾ ਸਾਨੂੰ ਈ ਕਾਮਰਸ ਬਾਰੇ ਸੋਚਣਾ ਪਿਆ ਜਾਂ ਈ ਕਾਮਰਸ ਵਾਲੀ ਸਾਈਡ 'ਤੇ ਆਉਣਾ ਪਿਆ। ਸੋ ਇਹ ਸੀ ਇੰਟਰੋਡਕਸ਼ਨ ਇਲੈਕਟ੍ਰੋਨਿਕ ਪੇਮੈਂਟ ਸਿਸਟਮ ਦੀ, ਕਿ ਇਲੈਕਟ੍ਰੋਨਿਕ ਪੇਮੈਂਟ ਸਿਸਟਮ ਇੱਕ ਇਹੋ ਜਿਹਾ ਸਿਸਟਮ ਹੈ ਫੰਡ ਟ੍ਰਾਂਸਫਰ ਕਰਨ ਦਾ ਜਿਹਦੇ ਵਿੱਚ ਅਸੀਂ ਫਾਈਨੈਂਸ਼ੀਅਲ ਇੰਸਟਰੂਮੈਂਟ ਯੂਜ਼ ਕਰਕੇ, ਯਾਨੀ ਉਹ ਫਾਈਨੈਂਸ਼ੀਅਲ ਇੰਸਟਰੂਮੈਂਟ ਜਿਹੜੀ ਕਿ ਆਨਲਾਈਨ ਨੇ ਜਾਂ ਇੰਟਰਨੈਟ ਦੇ ਥਰੂ ਜਿਹੜੇ ਕੀਤੇ ਜਾ ਰਹੇ ਆ, ਉਹਨਾਂ ਫਾਈਨੈਂਸ਼ੀਅਲ ਇੰਸਟਰੂਮੈਂਟਸ ਨੂੰ ਯੂਜ਼ ਕਰਕੇ ਜਦੋਂ ਅਸੀਂ ਫੰਡ ਟ੍ਰਾਂਸਫਰ ਕਰਦੇ ਹਾਂ ਉਹਨੂੰ ਇਲੈਕਟ੍ਰੋਨਿਕ ਪੇਮੈਂਟ ਸਿਸਟਮ ਜਿਹੜਾ ਉਹ ਕਿਹਾ ਜਾਂਦਾ ਹੈ, ਜਿਹਦੇ ਵਿੱਚ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਇੰਟਰਨੈਟ ਬੈਂਕਿੰਗ, ਮੋਬਾਈਲ ਬੈਂਕਿੰਗ ਜਿਹੜੇ ਆ ਤੁਸੀਂ ਇਨਕਲੂਡ ਕਰ ਸਕਦੇ ਹੋ।